ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਨੀ ਹੈ ਬੇਸਿਕਸ ਆਫ ਥਰਮਲ ਐਂਡ ਹਾਈਡ੍ਰੋਲਿਕਸ ਇੰਜੀਨੀਅਰਿੰਗ ਸਬਜੈਕਟ ਦੇ ਵਿੱਚ ਲਾਜ਼ ਆਫ ਥਰਮੋਡਾਇਨਮਿਕਸ ਚੈਪਟਰ ਦੇ ਵਿੱਚੋਂ। ਇਸ ਚੈਪਟਰ ਦੇ ਵਿੱਚ ਅਸੀਂ ਸਟੱਡੀ ਕਰਾਂਗੇ ਥਰਮੋਡਾਇਨਮਿਕਸ ਦੇ ਵੇਰੀਅਸ ਲਾਜ਼ ਦੇ ਬਾਰੇ, ਜਿਵੇਂ ਕਿ ਜ਼ੀਰੋਥ ਲਾਅ, ਫਸਟ ਲਾਅ ਆਫ ਥਰਮੋਡਾਇਨਮਿਕਸ, ਸੈਕਿੰਡ ਲਾਅ ਆਫ ਥਰਮੋਡਾਇਨਮਿਕਸ। ਇਸ ਤੋਂ ਇਲਾਵਾ ਇਹਨਾਂ ਦੇ ਕੁਝ ਪ੍ਰੈਕਟੀਕਲ ਐਪਲੀਕੇਸ਼ਨਸ ਕਿ ਇਹ ਜਿਹੜੇ ਲਾਜ਼ ਨੇ ਇਹ ਪ੍ਰੈਕਟੀਕਲੀ ਕਿੱਥੇ ਐਪਲੀਕੇਬਲ ਹੈਗੇ ਨੇ, ਉਹਨਾਂ ਦੇ ਬਿਹਾਫ 'ਤੇ ਅਸੀਂ ਕੁਝ ਅਲੱਗ-ਅਲੱਗ ਪ੍ਰੋਸੈਸਿਸ ਦੀ ਸਟੱਡੀ ਕਰਾਂਗੇ। ਸੋ ਆਓ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਇਰਰੀਵਰਸੀਬਲ ਪ੍ਰੋਸੈਸ ਦੇ ਬਾਰੇ। ਸੋ ਇਰਰੀਵਰਸੀਬਲ ਪ੍ਰੋਸੈਸ ਕੀ ਹੈ? ਜਿਵੇਂ ਕਿ ਨਾਮ ਇੰਡੀਕੇਟ ਕਰ ਰਿਹਾ ਕਿ ਉਹ ਪ੍ਰੋਸੈਸ ਜੋ ਇੱਕ ਵਾਰੀ ਸਟਾਰਟ ਹੋਣ ਤੋਂ ਬਾਅਦ ਕਿਸੇ ਆਪਣੇ ਫਾਈਨਲ ਡੈਸਟੀਨੇਸ਼ਨ 'ਤੇ ਪਹੁੰਚ ਜਾਵੇ ਔਰ ਉਹ ਰਿਵਰਸੀਬਲ ਡਾਇਰੈਕਸ਼ਨ ਦੇ ਵਿੱਚ ਜਦੋਂ ਵਾਪਸ ਆਉਣ ਦੀ ਕੋਸ਼ਿਸ਼ ਕਰੇ ਤਾਂ ਐਜ਼ ਇਟ ਇਜ਼ ਆਪਣੇ ਇਨੀਸ਼ੀਅਲ ਪੁਆਇੰਟ 'ਤੇ ਵਾਪਸ ਨਾ ਆ ਸਕੇ। ਸੋ ਉਸ ਤਰ੍ਹਾਂ ਦੀਆਂ ਪ੍ਰੋਸੈਸਿਸ ਨੂੰ ਅਸੀਂ ਇਰਰੀਵਰਸੀਬਲ ਪ੍ਰੋਸੈਸਿਸ ਕਹਿੰਦੇ ਆ ਥਰਮੋਡਾਇਨਮਿਕਸ ਦੇ ਵਿੱਚ। ਸੋ ਪੜ੍ਹ ਕੇ ਦੇਖਦੇ ਹਾਂ ਜੀ। ਕਹਿੰਦਾ any process which cannot be made to proceed in the reverse direction is called irreversible process। ਜਿਵੇਂ ਕਿ ਅਸੀਂ ਡਿਸਕਸ ਕੀਤਾ ਸੀ ਐਜ਼ ਇਟ ਇਜ਼ ਉਸੇ ਤਰੀਕੇ ਦੇ ਨਾਲ। ਨੈਕਸਟ ਅਗਲੇ ਪੁਆਇੰਟ ਦੇ ਵਿੱਚੋਂ ਗੱਲ ਕਰ ਰਹੇ ਡਿਊਰਿੰਗ ਐਨ ਇਰਰੀਵਰਸੀਬਲ ਪ੍ਰੋਸੈਸ ਦਾ ਸਿਸਟਮ ਪਾਸਿਸ ਥਰੂ ਅ ਸੀਕੁਐਂਸ ਆਫ ਨਾਨ ਇਕੁਇਲਿਬਰੀਅਮ ਸਟੇਟਸ। ਕਿ ਇਰਰੀਵਰਸੀਬਲ ਪ੍ਰੋਸੈਸ ਦੇ ਦੌਰਾਨ ਜੋ ਪੂਰਾ ਸਿਸਟਮ ਹੋਏਗਾ ਉਹ ਸੀਕੁਐਂਸ ਆਫ ਨਾਨ ਇਕੁਇਲਿਬਰੀਅਮ ਸਟੇਟਸ ਦੇ ਵਿੱਚੋਂ ਪਾਸ ਹੋਏਗਾ। ਹੁਣ ਨਾਨ ਇਕੁਇਲਿਬਰੀਅਮ ਸਟੇਟਸ ਕਿਹੜੀਆਂ ਹੋਣਗੀਆਂ ਕਿ ਜਿਸ ਜਗ੍ਹਾ ਦੇ ਉੱਤੇ ਉਹਦੀਆਂ ਜਿਹੜੀਆਂ ਫਿਜ਼ੀਕਲ ਪ੍ਰੋਪਰਟੀਜ਼ ਹੋਣਗੀਆਂ ਹਰ ਪੁਆਇੰਟ ਦੇ ਉੱਤੇ ਉਹ ਡਿਫਰੈਂਟ ਪਾਈਆਂ ਜਾ ਸਕਦੀਆਂ ਨੇ। ਜਿਵੇਂ ਕਿ ਪ੍ਰੈਸ਼ਰ ਹੈ, ਟੈਂਪਰੇਚਰ ਹੈ, ਵੋਲਿਊਮ ਹੈ। ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਪਹੁੰਚਾਂਗੇ ਤਾਂ ਉਹ ਪ੍ਰੋਪਰਟੀਜ਼ ਚੇਂਜ ਹੋਈਆਂ ਕੁਝ ਮਿਲਣਗੀਆਂ। As each stage is non-equilibrium, so it cannot be located on a indicator diagram। ਕਿ ਜਿਵੇਂ ਕਿ ਅਸੀਂ ਦੇਖਿਆ ਕਿ ਇਸ ਪ੍ਰੋਸੈਸ ਦੇ ਵਿੱਚ ਇਰਰੀਵਰਸੀਬਲ ਪ੍ਰੋਸੈਸ ਦੇ ਵਿੱਚ ਜਿੰਨੀਆਂ ਵੀ ਆਪਣੇ ਕੋਲ ਸਟੇਜਿਸ ਹੋਣਗੀਆਂ ਸਾਰੀਆਂ ਨਾਨ ਇਕੁਇਲਿਬਰੀਅਮ ਸਟੇਜਿਸ ਹੋਣਗੀਆਂ। ਸੋ ਇਸ ਕਰਕੇ ਇਸ ਨੂੰ ਡਾਇਗਰਾਮ 'ਤੇ ਬਣਾਉਣਾ ਈਜ਼ੀ ਨਹੀਂ ਹੈ ਇੰਡੀਕੇਟਰ ਡਾਇਗਰਾਮ 'ਤੇ, ਬਿਕੋਜ਼ ਆਫ ਈਚ ਪ੍ਰੋਪਰਟੀ ਡਜ਼ ਨਾਟ ਹੈਵ ਆ ਫਿਕਸਡ ਵੈਲਿਊ ਥਰੂ ਆਊਟ ਦਾ ਸਿਸਟਮ। ਕਿ ਪੂਰੇ ਦੇ ਪੂਰੇ ਸਿਸਟਮ ਦੇ ਦੌਰਾਨ ਜਦੋਂ ਉਹ ਪੂਰਾ ਪ੍ਰੋਸੈਸ ਚੱਲੇਗਾ ਉਸ ਦੇ ਦੌਰਾਨ ਉਸ ਦੇ ਵਿੱਚ ਜਿਹੜੀਆਂ ਫਿਜ਼ੀਕਲ ਪ੍ਰੋਪਰਟੀਜ਼ ਜਿਵੇਂ ਆਪਾਂ ਗੱਲ ਕੀਤੀ ਸੀ ਉਹਦੀਆਂ ਫਿਕਸਡ ਵੈਲਿਊਜ਼ ਨਹੀਂ ਹੋਣਗੀਆਂ। ਨੈਕਸਟ ਅਸੀਂ ਗੱਲ ਕਰਦੇ ਹਾਂ ਕਿ ਇਸੇ ਹੀ ਡਾਇਗਰਾਮ ਨੂੰ ਇਰਰੀਵਰਸੀਬਲ ਪ੍ਰੋਸੈਸਿਸ ਨੂੰ ਅਗਰ ਅਸੀਂ ਗ੍ਰਾਫ 'ਤੇ ਪਲਾਟ ਕਰਨਾ ਹੋਵੇ ਤਾਂ ਅਸੀਂ ਉਹ ਗ੍ਰਾਫ ਕਿਸ ਤਰੀਕੇ ਨਾਲ ਪਲਾਟ ਕਰ ਸਕਦੇ ਹਾਂ ਦੇਖਾਂਗੇ ਡਾਇਗਰਾਮ ਦੇ ਵਿੱਚ। ਅਸੀਂ ਇੱਕ ਗ੍ਰਾਫ ਪਲਾਟ ਕੀਤਾ ਹੈ ਪ੍ਰੈਸ਼ਰ ਤੇ ਵੋਲਿਊਮ ਦੇ ਵਿੱਚ ਕਿ ਅਗਰ ਕਿਸੇ ਪ੍ਰੋਸੈਸ ਦੇ ਦੌਰਾਨ ਉਸ ਪ੍ਰੋਸੈਸ ਦੇ ਪ੍ਰੈਸ਼ਰ ਤੇ ਵੋਲਿਊਮ ਦੇ ਵਿੱਚ ਅਸੀਂ ਕੁਝ ਚੇਂਜ ਦਿਖਾਈਏ ਤਾਂ ਇਸ ਜਗ੍ਹਾ 'ਤੇ ਅਸੀਂ ਜੋ ਪ੍ਰੋਸੈਸ ਲਈ ਹੈ 1 to 2 ਉਹ ਸਾਡੀ ਫਾਰਵਰਡ ਡਾਇਰੈਕਸ਼ਨ ਦੀ ਪ੍ਰੋਸੈਸ ਹੈ, ਡਾਇਰੈਕਟ ਪ੍ਰੋਸੈਸ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ 1 to 2 ਪ੍ਰੋਸੈਸ ਐਜ਼ ਇਟ ਇਜ਼ ਸਾਡੇ ਕੋਲ ਪਹੁੰਚ ਗਈ। ਬਟ ਜਦੋਂ ਉਸ ਨੂੰ ਰਿਵਰਸੀਬਲ ਡਾਇਰੈਕਸ਼ਨ ਦੇ ਵਿੱਚ ਅਸੀਂ ਬੈਕਵਰਡ ਡਾਇਰੈਕਸ਼ਨ ਦੇ ਵਿੱਚ ਰਿਵਰਸ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਦੌਰਾਨ ਉਸ ਦਾ ਪਾਥ ਜੋ ਹੋਊਗਾ ਉਹ ਬਿਲਕੁਲ ਹੀ ਡਿਫਰੈਂਟ ਹੋਊਗਾ ਫਾਰਵਰਡ ਡਾਇਰੈਕਸ਼ਨ ਦੇ ਨਾਲੋਂ, ਜਿਵੇਂ ਕਿ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ। ਤਾਂ 1 to 2 ਜਿਹੜਾ ਪ੍ਰੋਸੈਸ ਹੈ ਉਹ ਸਾਨੂੰ ਫਾਰਵਰਡ ਡਾਇਰੈਕਸ਼ਨ ਸ਼ੋ ਕਰ ਰਿਹਾ, ਬਟ ਜਦੋਂ 2 to 1 ਡੈਸ਼ ਅਸੀਂ ਦੇਖ ਰਹੇ ਹਾਂ ਇਹ ਸਾਡੇ ਕੋਲ ਇਰਰੀਵਰਸੀਬਲ ਪ੍ਰੋਸੈਸ ਹੈ, ਜੋ ਕਿ ਸਾਫ਼ ਤੌਰ ਦੇ ਉੱਤੇ ਦੱਸ ਰਿਹਾ ਕਿ ਅਗਰ ਸਾਡੇ ਕੋਲ 1 to 2 ਪ੍ਰੋਸੈਸ ਫਾਰਵਰਡ ਡਾਇਰੈਕਸ਼ਨ ਤੇ 2 to ਅਗੇਨ 1 ਚਲੇ ਜਾਂਦੀ ਤਾਂ ਇਸ ਨੂੰ ਅਸੀਂ ਰਿਵਰਸੀਬਲ ਕਾਊਂਟ ਕਰਨਾ ਸੀ। ਹੁਣ ਇਹ 2 to 1 ਨਾ ਜਾ ਕੇ ਉਸਨੇ ਆਪਣਾ ਪਾਥ ਚੇਂਜ ਕਰ ਲਿਆ 2 to 1 ਡੈਸ਼, ਤਾਂ ਹੁਣ ਇਸ ਨੂੰ ਕਹਾਂਗੇ ਅਸੀਂ ਇਰਰੀਵਰਸੀਬਲ ਪ੍ਰੋਸੈਸ। ਸੋ ਨੈਕਸਟ ਅਸੀਂ ਪੜ੍ਹ ਵੀ ਸਕਦੇ ਹਾਂ ਕੀ ਕਹਿੰਦਾ ਜੀ, ਦ ਲਾਈਨ 1 to 2 ਇਜ਼ ਦ ਡਾਇਰੈਕਟ ਪ੍ਰੋਸੈਸ ਵੇਅਰ the state of the system at the start and at the end is in equilibrium। ਕਿ 1 to 2 ਜਦੋਂ ਪ੍ਰੋਸੈਸ ਗਈ ਤਾਂ ਇਸ ਦੇ ਦੌਰਾਨ ਆਪਣੇ ਕੋਲ ਹਰ ਸਟੈਪ ਦੇ ਉੱਤੇ ਇਕੁਇਲਿਬਰੀਅਮ ਦੀਆਂ ਸਟੇਜਿਸ ਸਾਨੂੰ ਮਿਲਣਗੀਆਂ। ਹਰ ਜਗ੍ਹਾ 'ਤੇ ਜੋ ਪ੍ਰੈਸ਼ਰ ਦੀ, ਟੈਂਪਰੇਚਰ ਦੀ, ਵੋਲਿਊਮ ਦੀ, ਇਹਨਾਂ ਦੀਆਂ ਜੋ ਵੀ ਵੈਲਿਊ ਚੇਂਜ ਆਏਗੀ ਉਹ ਇਕੁਇਲਿਬਰੀਅਮ ਫਾਰਮ ਦੇ ਵਿੱਚ ਹੋਣਗੀਆਂ, ਬਰਾਬਰ ਹੋਣਗੀਆਂ। ਬਟ ਜਦੋਂ ਰਿਵਰਸੀਬਲ ਡਾਇਰੈਕਸ਼ਨ ਦੇ ਵਿੱਚ ਜਾਵਾਂਗੇ 2 to 1 ਡੈਸ਼ ਉਦੋਂ ਇੱਕ ਅਨਇਕੁਇਲਿਬਰੀਅਮ ਹੋਊਗਾ, ਨਾਨ ਇਕੁਇਲਿਬਰੀਅਮ ਸਟੇਜਿਸ ਹੋਣਗੀਆਂ। ਵੈਨ ਦਿਸ ਸਿਸਟਮ ਮੂਵਸ ਇਨ ਦ ਰਿਵਰਸ ਡਾਇਰੈਕਸ਼ਨ, that is irreversible process, the initial state of the system is not achieved because of the non-fixed values। कि non-fixed values ਦੇ ਹੋਣ ਕਰਕੇ ਜੋ ਇਹਨਾਂ ਦੀਆਂ initial stages ਹੋਣਗੀਆਂ ਉਹ ਸਾਨੂੰ ਅਚੀਵ ਨਹੀਂ ਹੋ ਸਕਦੀਆਂ।
ਨੈਕਸਟ ਨਾਲ ਹੀ ਕੁਝ ਅਸੀਂ ਐਗਜ਼ਾਮਪਲਸ ਦੇਖਾਂਗੇ ਕਿ ਇਰਰੀਵਰਸੀਬਲ ਪ੍ਰੋਸੈਸਿਸ ਦੇ ਸਾਡੇ ਕੋਲ ਕੁਝ ਐਗਜ਼ਾਮਪਲਸ ਕਿਵੇਂ ਹੋ ਸਕਦੇ ਨੇ। ਸਭ ਤੋਂ ਪਹਿਲਾਂ ਉਹ ਗੱਲ ਕਰ ਰਿਹਾ ਡਿਫਿਊਜ਼ਨ ਆਫ ਦਾ ਗੈਸਿਸ ਇਜ਼ ਐਨ ਇਰਰੀਵਰਸੀਬਲ ਪ੍ਰੋਸੈਸ, ਕਿ ਜਿਵੇਂ ਕਿ ਗੈਸਿਸ ਦੀ ਅਸੀਂ ਡਿਫਿਊਜ਼ਨ ਕਰਵਾਉਂਦੇ ਹਾਂ ਉਹ ਇੱਕ ਇਰਰੀਵਰਸੀਬਲ ਪ੍ਰੋਸੈਸ ਹੈ। ਜਿਵੇਂ ਕਿ ਕੁਝ ਗੈਸਿਸ ਅਸੀਂ ਲਈਆਂ, ਉਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਮਿਕਸਅਪ ਕਰਵਾ ਲਿਆ। ਮਿਕਸਅਪ ਕਰਨ ਤੋਂ ਬਾਅਦ ਜੇ ਕਹੀਏ ਕਿ ਆਪਣੇ ਆਪ ਉਹ ਗੈਸਿਸ ਸੈਪਰੇਟ ਹੋ ਜਾਣਗੀਆਂ ਤਾਂ ਇਹ ਇੰਪੋਸੀਬਲ ਹੈ, ਤਾਂ ਉਹ ਇੱਕ ਇਰਰੀਵਰਸੀਬਲ ਪ੍ਰੋਸੈਸ ਹੋਏਗਾ। ਨੈਕਸਟ ਉਹ ਗੱਲ ਕਰ ਰਿਹਾ ਡਿਜ਼ੋਲਵਿੰਗ ਆਫ ਸ਼ੂਗਰ ਔਰ ਸਾਲਟ ਇਨ ਵਾਟਰ ਇਜ਼ ਐਨ ਇਰਰੀਵਰਸੀਬਲ ਪ੍ਰੋਸੈਸ, ਕਿ ਜੇ ਪਾਣੀ ਨੂੰ ਅਸੀਂ ਮਿਕਸਅਪ ਕਰ ਦਈਏ ਸ਼ੂਗਰ ਅਤੇ ਸਾਲਟ ਦੇ ਨਾਲ, ਕਿਸੇ ਵੀ ਨਾਲ, ਸਪੋਜ਼ ਮੈਂ ਦੁੱਧ ਪੀ ਰਿਹਾ ਵਿੱਚ ਸ਼ੂਗਰ ਮਿਕਸਅਪ ਕਰਤੀ, ਪਾਣੀ ਪੀ ਰਿਹਾ ਵਿੱਚ ਹਲਕਾ ਜਿਹਾ ਨਮਕ ਮਿਕਸ ਕਰਤਾ, ਤਾਂ ਉਹ ਮੇਰੀ ਇੱਕ ਇਰਰੀਵਰਸੀਬਲ ਪ੍ਰੋਸੈਸ ਹੋਏਗੀ, ਬਿਕੋਜ਼ ਉਹ ਆਪਣੇ ਆਪ ਸੈਪਰੇਟ ਨਹੀਂ ਹੋ ਸਕਦੀ। ਇਹਨਾਂ ਤੋਂ ਇਲਾਵਾ ਉਹ ਕੁਝ ਗੱਲ ਕਰ ਰਿਹਾ ਐਡਿਆਬੈਟਿਕ ਐਕਸਪੈਂਸ਼ਨ ਔਰ ਕੰਪਰੈਸ਼ਨ ਆਫ ਅ ਗੈਸ ਇਜ਼ ਐਨ ਇਰਰੀਵਰਸੀਬਲ ਪ੍ਰੋਸੈਸ। ਕਿਸੇ ਵੀ ਸਿਸਟਮ ਦੇ ਅੰਦਰ ਜਦੋਂ ਅਸੀਂ ਕਿਸੇ ਗੈਸ ਨੂੰ ਐਡਿਆਬੈਟਿਕਲੀ ਐਕਸਪੈਂਡ ਕਰਵਾਉਂਦੇ ਹਾਂ ਜਾਂ ਕੰਪਰੈਸ ਕਰਵਾਉਂਦੇ ਹਾਂ ਤਾਂ ਉਹ ਵੀ ਸਾਡੇ ਕੋਲ ਇੱਕ ਇਰਰੀਵਰਸੀਬਲ ਪ੍ਰੋਸੈਸ ਹੈ, ਆਪਣੇ ਆਪ ਉਹ ਵਾਪਸ ਨਹੀਂ ਹੋ ਸਕਦਾ, ਉਲਟਾ ਨਹੀਂ ਹੋ ਸਕਦਾ। ਕਹਿਣ ਦਾ ਮਤਲਬ ਕਿ ਅਗਰ ਕਿਸੇ ਗੈਸ ਦੀ ਅਸੀਂ ਕੰਪਰੈਸ਼ਨ ਕਰਵਾਈ ਐਡਿਆਬੈਟਿਕਲੀ ਤਾਂ ਉਹ ਆਪਣੇ ਆਪ ਐਕਸਪੈਂਸ਼ਨ ਉਹਦਾ ਨਹੀਂ ਹੋ ਸਕਦਾ, ਐਡਿਆਬੈਟਿਕਲੀ ਹੀ। ਨੈਕਸਟ ਉਹ ਗੱਲ ਕਰ ਰਿਹਾ ਰਸਟਿੰਗ ਇਜ਼ ਅ ਕੈਮੀਕਲ ਚੇਂਜ ਡਿਊਰਿੰਗ ਵਿਚ ਆਇਰਨ ਗੈਟਸ ਕਨਵਰਟਿਡ ਇਨਟੂ ਆਇਰਨ ਆਕਸਾਈਡ, ਇਟ ਕੈਨਟ ਬਾਈ ਇਟਸੈਲਫ ਕਮ ਟੂ ਇਟਸ ਓਰੀਜਨਲ ਸਟੇਟ, ਕਿ ਜਿਹੜੀ ਰਸਟਿੰਗ ਹੈ ਉਹ ਕੈਮੀਕਲ ਚੇਂਜ ਹੈ ਜਿਹਦੇ ਵਿੱਚ ਆਇਰਨ ਜਿਹੜਾ ਹੈ ਉਹ ਆਇਰਨ ਆਕਸਾਈਡ ਦੇ ਵਿੱਚ ਚੇਂਜ ਹੋ ਜਾਂਦਾ, ਔਰ ਆਪਣੇ ਆਪ ਇਹ ਚੀਜ਼ ਰਿਵਰਸ ਡਾਇਰੈਕਸ਼ਨ ਦੇ ਵਿੱਚ ਸਾਨੂੰ ਨਹੀਂ ਮਿਲ ਸਕਦੀ। ਇਹ ਵੀ ਇੱਕ ਇਰਰੀਵਰਸੀਬਲ ਪ੍ਰੋਸੈਸ ਹੈ। ਐਨੀ ਪ੍ਰੋਸੈਸ ਵਿਦ ਫ੍ਰਿਕਸ਼ਨ ਇਜ਼ ਆਲਸੋ ਐਨ ਇਰਰੀਵਰਸੀਬਲ ਪ੍ਰੋਸੈਸ। ਕਿਸੇ ਪ੍ਰੋਸੈਸ ਦੇ ਵਿੱਚ ਅਗਰ ਕੁਝ ਫ੍ਰਿਕਸ਼ਨ ਪੈਦਾ ਹੋ ਰਹੀ ਹੈ ਤਾਂ ਉਹ ਵੀ ਸਾਡੇ ਕੋਲ ਇੱਕ ਇਰਰੀਵਰਸੀਬਲ ਪ੍ਰੋਸੈਸ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਜ਼ੀਰੋਥ ਲਾ ਆਫ ਥਰਮੋਡਾਇਨਮਿਕਸ ਦੇ ਬਾਰੇ, ਜਿਸ ਦੇ ਅਕੋਰਡਿੰਗਲੀ ਕਹਿੰਦਾ ਇਫ ਟੂ ਸਿਸਟਮਸ ਆਰ ਸੈਪਰੇਟਲੀ ਇਨ ਥਰਮਲ ਇਕੁਇਲਿਬਰੀਅਮ ਵਿਦ ਦ ਥਰਡ ਸਿਸਟਮ, ਕਿ ਮੇਰੇ ਕੋਲ ਦੋ ਸਿਸਟਮਸ ਨੇ, ਜਿਵੇਂ ਕਿ ਤੁਸੀਂ ਸਾਹਮਣੇ ਡਾਇਗਰਾਮ ਇੱਕ ਦੇਖ ਰਹੇ ਹੋ, 3 ਸਰਕਲਸ ਇੱਥੇ ਪਲਾਟ ਕੀਤੇ ਨੇ, ਤਿੰਨਾਂ ਨੂੰ ਨਾਮ ਦਿੱਤੇ ਨੇ A, B ਐਂਡ C। ਇੱਥੇ ਮੰਨ ਕੇ ਚੱਲਦੇ ਹਾਂ ਕਿ ਜੋ A, B ਦੋ ਸਿਸਟਮਸ ਨੇ ਇਹ ਸੈਪਰੇਟਲੀ C ਦੇ ਨਾਲ ਇਕੁਇਲਿਬਰੀਅਮ ਕੰਡੀਸ਼ਨ ਦੇ ਵਿੱਚ ਹੈਗੇ ਆ। ਜਿਵੇਂ ਕਿ A C ਦੇ ਨਾਲ ਇਕੁਇਲਿਬਰੀਅਮ 'ਚ ਹੈ, B C ਦੇ ਨਾਲ ਇਕੁਇਲਿਬਰੀਅਮ 'ਚ ਹੈ, ਤਾਂ ਉਸ ਟਾਈਮ ਕੀ ਹੋਏਗਾ, ਦੈਨ ਦ ਟੂ ਸਿਸਟਮਸ ਆਰ ਇਨ ਥਰਮਲ ਇਕੁਇਲਿਬਰੀਅਮ ਵਿਦ ਈਚ ਅਦਰ, ਤਾਂ ਉਸ ਟਾਈਮ 'ਤੇ A ਅਤੇ B ਦੋਨੋਂ ਆਪਸ ਦੇ ਵਿੱਚ ਵੀ ਇਕੁਇਲਿਬਰੀਅਮ ਦੇ ਵਿੱਚ ਹੋਣਗੇ। ਇਸੇ ਚੀਜ਼ ਨੂੰ ਹੀ ਅੱਗੇ ਐਕਸਪਲੇਨ ਕੀਤਾ ਹੋਇਆ ਵਰਡਿੰਗ ਦੇ ਵਿੱਚ, ਕਹਿੰਦਾ ਦ ਟੂ ਸਿਸਟਮਸ A ਐਂਡ B ਵਿਚ ਆਰ ਸੈਪਰੇਟਲੀ ਇਨ ਥਰਮਲ ਇਕੁਇਲਿਬਰੀਅਮ ਵਿਦ ਦ ਥਰਡ ਸਿਸਟਮ C, that is no heat flows from A to C or C to A, ਕਿ ਇਸ ਤਰੀਕੇ ਦੇ ਨਾਲ ਥਰਮਲ ਇਕੁਇਲਿਬਰੀਅਮ ਦੇ ਵਿੱਚ ਨੇ ਕਿ ਨਾ ਤਾਂ A ਤੋਂ C ਤੱਕ ਹੀਟ ਟਰਾਂਸਫਰ ਹੋਵੇ, ਨਾ C ਤੋਂ A ਤੱਕ ਹੀਟ ਟਰਾਂਸਫਰ ਹੋਵੇ। ਤਾਂ ਇਸ ਤਰੀਕੇ ਦੇ ਨਾਲ ਮਤਲਬ ਕਿ ਦੋਨਾਂ ਦਾ ਟੈਂਪਰੇਚਰ ਵੇਰੀਏਸ਼ਨ ਸੇਮ ਹੈ, ਇੱਕੋ ਟੈਂਪਰੇਚਰ 'ਤੇ ਆਪਸ ਦੇ ਵਿੱਚ ਪਏ ਨੇ। ਇਸੇ ਤਰ੍ਹਾਂ ਹੀ ਐਂਡ ਫਰੋਮ B to C ਔਰ ਫਰੋਮ C to B, ਕਿ B to C ਜਾਂ C to B ਵੀ ਹੀਟ ਜਿਹੜੀ ਟਰਾਂਸਫਰ ਨਹੀਂ ਹੋ ਰਹੀ, ਦੈਨ ਨੋ ਹੀਟ ਵਿਲ ਫਲੋ ਫਰੋਮ A to B or from B to A such that A and B will have the same temperature। ਤਾਂ ਉਹਨਾਂ ਕੰਡੀਸ਼ਨਸ ਦੇ ਵਿੱਚ ਕੀ ਹੋਊਗਾ ਕਿ ਇਹਨਾਂ ਦਾ ਜੋ ਟੈਂਪਰੇਚਰ ਹੋਊਗਾ ਉਹ ਵੀ ਸਾਡਾ ਸੇਮ ਹੋਊਗਾ, ਕਿੰਨਾ ਦਾ A ਤੇ B ਦਾ। ਤਾਂ ਇਸ ਤਰੀਕੇ ਦੇ ਨਾਲ ਅਸੀਂ ਸਮਝਦੇ ਹਾਂ ਕਿ ਤਿੰਨਾਂ ਦੇ ਤਿੰਨੇ ਜੋ ਸਿਸਟਮਸ ਹੋਣਗੇ ਉਹ ਇਕੁਇਲਿਬਰੀਅਮ ਕੰਡੀਸ਼ਨ ਦੇ ਵਿੱਚ ਆ ਜਾਣਗੇ। ਸੋ ਨੈਕਸਟ ਉਹ ਅਲੱਗ ਲਾਈਨ ਦੇ ਵਿੱਚ ਦੱਸ ਰਿਹਾ, ਕਹਿੰਦਾ ਦਿਸ ਲਾ ਪ੍ਰੋਵਾਈਡਸ ਦਾ ਬੇਸਿਕਸ ਫॉर ਟੈਂਪਰੇਚਰ ਮੇਜ਼ਰਮੈਂਟ, ਕਿ ਇਹ ਜੋ ਲਾ ਹੋਊਗਾ ਜ਼ੀਰੋਥ ਲਾ ਆਫ ਥਰਮੋਡਾਇਨਮਿਕਸ, ਇਹ ਟੈਂਪਰੇਚਰ ਮੇਜ਼ਰਮੈਂਟ ਦਾ ਬੇਸਿਕਸ ਦਾ ਕੰਮ ਕਰੂਗਾ। ਸੋ ਇਹਦੇ ਨਾਲ ਹੀ ਸਾਡਾ ਇਹ ਵੀਡੀਓ ਖਤਮ ਹੈ। ਹੋਪਫੁਲੀ ਤੁਹਾਨੂੰ ਦੋਨੋਂ ਟੌਪਿਕ ਚੰਗੀ ਤਰ੍ਹਾਂ ਸਮਝ ਲੱਗੇ ਹੋਣਗੇ। ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਈ ਤਾਂ ਮੈਨੂੰ ਮੈਸੇਜ ਜਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਜੀ।